ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਚੰਡੀਗੜ੍ਹ ਤੇ ਕੇਂਦਰ ਦੇ ਫੈਸਲੇ ਤੋਂ ਬਾਅਦ ਬੋਲੇ ਸੀਐਮ ਭਗਵੰਤ ਮਾਨ, ਕਿਹਾ ਆਪਣੇ ਹੱਕ ਲਈ ਡਟ ਕੇ ਲੜੇਗਾ ਪੰਜਾਬ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਤੋਹਫਾ, ਸਰਕਾਰ ਘਰ-ਘਰ ਪਹੁੰਚਾਵੇਗੀ ਰਾਸ਼ਨ। ਅਤੇ ਭਾਰਤ ਬੰਦ ਦਾ ਚੰਡੀਗੜ੍ਹ ਦੇ ਵਿੱਚ ਵੀ ਦਿਖਿਆ ਅਸਰ। ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਦੇ ਵਿੱਚ ਕੀਤੇ ਗਏ ਐਲਾਨ ਦੀ। ਤਾਂ ਚੰਡੀਗੜ੍ਹ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਕੇਂਦਰ ਦੇ ਨਿਯਮ ਲਾਗੂ ਹੋਣਗੇ। ਇਹ ਫੈਸਲਾ ਹੈਗਾ ਜਿਹੜਾ ਉਹ ਲਿਆ ਗਿਆ, ਜਿਸ ਤੋਂ ਬਾਅਦ ਇਸ ਤੇ ਰਾਜਨੀਤਿਕ ਘਮਾਸਾਨ ਵੀ ਮੱਚੀ ਹੋਈ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ, ਤਾਂ ਉਹਨਾਂ ਨੇ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਆਪਣੇ ਹੱਕ ਦੇ ਲਈ ਲੜਦਾ ਰਹੇਗਾ। ਚੰਡੀਗੜ੍ਹ ਦੇ ਸਰਕਾਰੀ ਕਰਮਚਾਰੀਆਂ ਤੇ ਕੇਂਦਰੀ ਨਿਯਮ ਲਾਗੂ ਕਰਨ ਨੂੰ ਲੈ ਕੇ ਰਾਜਨੀਤਿਕ ਘਮਾਸਾਨ ਮੱਚਿਆ ਹੋਇਆ ਹੈ। ਗ੍ਰਹਿ ਮੰਤਰੀ ਦੇ ਇਸ ਐਲਾਨ ਦਾ ਪੰਜਾਬ ਦੇ ਆਗੂਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰ ਦੇ ਇਸ ਫੈਸਲੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੁੱਪੀ ਤੋੜ ਦਿੱਤੀ ਹੈ। ਉਹਨਾਂ ਟਵੀਟ ਕਰਦਿਆਂ ਲਿਖਿਆ ਹੈ ਕਿ ਕੇਂਦਰ ਸਰਕਾਰ ਸਿਲਸਿਲੇਵਾਰ ਢੰਗ ਨਾਲ ਦੂਜੇ ਰਾਜਾਂ ਦੇ ਅਫਸਰਾਂ ਤੇ ਕਰਮਚਾਰੀਆਂ ਨੂੰ ਚੰਡੀਗੜ੍ਹ ਤੇ ਥੋਪ ਰਹੀ ਹੈ। ਕੇਂਦਰ ਦਾ ਨਵਾਂ ਫੈਸਲਾ ਪੰਜਾਬ ਪੁਨਰਗਠਨ ਐਕਟ 1966 ਦੀ ਭਾਵਨਾ ਦੇ ਖਿਲਾਫ ਹੈ। ਚੰਡੀਗੜ੍ਹ ਦੇ ਜਾਇਜ਼ ਹੱਕ ਦੇ ਲਈ ਪੰਜਾਬ ਮਜ਼ਬੂਤੀ ਨਾਲ ਲੜੇਗਾ। ਦੱਸ ਦਈਏ ਕਿ ਪਹਿਲਾਂ ਚੰਡੀਗੜ੍ਹ ਦੇ ਕਰਮਚਾਰੀਆਂ ਤੇ ਪੰਜਾਬ ਸਿਵਲ ਸਰਵਿਸ ਨਿਯਮ ਲਾਗੂ ਹੁੰਦੇ ਸੀ, ਪਰ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੈਂਟਰਲ ਸਰਵਿਸ ਰੂਲਸ ਦਾ ਐਲਾਨ ਕੀਤਾ ਗਿਆ। ਸੋਮਵਾਰ ਨੂੰ ਇਸ ਸੰਬੰਧੀ ਕੇਂਦਰ ਵੱਲੋਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਉਧਰ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਵਾਂ ਤੋਹਫਾ ਵੀ ਦਿੱਤਾ ਹੈ। ਤੋਹਫਾ ਰਾਸ਼ਨ ਦੇ ਨਾਲ ਜੁੜਿਆ ਹੋਇਆ ਹੈ, ਯਾਨੀ ਕਿ ਹੁਣ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਭਗਵੰਤ ਮਾਨ ਨੇ ਕਿਹਾ ਹੈ ਕਿ ਸਰਕਾਰ ਹੀ ਹੁਣ ਘਰ-ਘਰ ਰਾਸ਼ਨ ਪਹੁੰਚਾਵੇਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਅਦ ਵੀ ਬੜੇ ਦੁੱਖ ਦੀ ਗੱਲ ਹੈ ਕਿ ਗਰੀਬ ਲੋਕਾਂ ਨੂੰ, ਆਮ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਰਾਸ਼ਨ ਦੀਆਂ ਦੁਕਾਨਾਂ ਤੇ, ਡੀਪੂਆਂ ਤੇ ਲਾਈਨਾਂ 'ਚ ਖੜ੍ਹਨਾ ਪੈਂਦਾ ਹੈ। ਲੰਬੀਆਂ ਲਾਈਨਾਂ 'ਚ ਖੜ੍ਹਨਾ ਪੈਂਦਾ ਹੈ, ਜਦ ਕਿ ਦੂਜੇ ਪਾਸੇ ਇੰਨਾ ਡਿਜੀਟਲ ਹੋ ਗਈ ਹੈ ਦੁਨੀਆ ਕਿ ਇੱਕ ਫੋਨ 'ਤੇ ਕੋਈ ਵੀ ਚੀਜ਼ ਆਰਡਰ ਕਰੋ, ਉਹ ਤੁਹਾਡੇ ਘਰ ਡਿਲੀਵਰ ਕਰ ਦਿੱਤੀ ਜਾਂਦੀ ਹੈ, ਤੁਹਾਡੇ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਔਰ ਕਈ ਵਾਰੀ ਤਾਂ ਗਰੀਬ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਦਿਹਾੜੀ ਛੱਡਣੀ ਪੈ ਜਾਂਦੀ ਹੈ। ਸੋਚੋ, ਜਿਹੜਾ ਬੰਦਾ ਹੈਂਡ ਟੂ ਮਾਊਥ ਹੈ, ਜਿਹੜਾ ਉਸੇ ਦਿਨ ਹੀ ਕਮਾਉਂਦਾ, ਉਸੇ ਦਿਨ ਹੀ ਖਾਂਦਾ ਹੈ, ਉਹਨੂੰ ਜੇ ਆਪਣੇ ਹਿੱਸੇ ਦਾ ਹੱਕ ਬਣਦਾ ਜਿਹੜਾ ਰਾਸ਼ਨ ਹੈ ਉਹ ਲੈਣ ਵਾਸਤੇ ਦਿਹਾੜੀ ਛੱਡਣੀ ਪਵੇ ਤਾਂ ਕਿੰਨਾ ਦੁੱਖ ਹੁੰਦਾ ਉਹਨੂੰ, ਕਿੰਨੀ ਗਲਤ ਗੱਲ ਹੈ। ਔਰ ਮੈਂ ਬਜ਼ੁਰਗ ਮਾਵਾਂ ਨੂੰ ਵੀ ਜਾਣਦਾ ਜਿਹੜੀਆਂ 2-2 ਕਿਲੋਮੀਟਰ ਰਾਸ਼ਨ ਡੀਪੂ ਤੋਂ ਆਪਣਾ ਰਾਸ਼ਨ ਲੈ ਕੇ ਆਉਂਦੀਆਂ ਨੇ, ਫਿਰ ਉਸ ਕਣਕ 'ਚੋਂ ਰੋੜ ਚੁਗਣੇ ਨੇ, ਦਾਲ 'ਚੋਂ ਰੋੜ ਚੁਗਣੇ ਨੇ। ਕਣਕ ਦੀ ਹਾਲਤ ਜਿਹੜੀ ਹੈ ਉਹ ਖਾਣਯੋਗ ਨਹੀਂ ਹੁੰਦੀ ਕਈ ਵਾਰੀ, ਪਰ ਖਾਣੀ ਪੈਂਦੀ ਹੈ। ਸੋ ਇਹਨਾਂ ਗੱਲਾਂ ਤੋਂ ਹੁਣ ਛੁਟਕਾਰਾ ਹੋਊਗਾ। ਅੱਜ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਹਿਣ ਲਈ ਆਇਆ ਕਿ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਵਾਂਗੇ। ਡੋਰ ਸਟੈਪ ਡਿਲੀਵਰੀ ਆਫ ਰਾਸ਼ਨ, ਯਾਨੀ ਕਿ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ। ਵਧੀਆ ਸਾਫ਼ ਬੋਰੀਆਂ 'ਚ ਸਾਫ਼ ਖਾਣਯੋਗ ਆਟਾ ਜਾਂ ਕਣਕ ਜਾਂ ਦਾਲ ਉਹ ਤੁਹਾਡੇ ਘਰੇ ਪਹੁੰਚ ਜੂਗੀ। ਔਰ ਤੁਹਾਨੂੰ ਦਿਹਾੜੀ ਛੱਡਣ ਦੀ ਲੋੜ ਨਹੀਂ ਪੈਣੀ, ਤੁਹਾਨੂੰ ਕਿਸੇ ਲਾਈਨ 'ਚ ਲੱਗਣ ਦੀ ਲੋੜ ਨਹੀਂ ਪੈਣੀ। ਹਾਂ, ਸਾਡੇ ਅਫਸਰ ਇਹ ਵੀ ਪੁੱਛਣਗੇ ਤੁਹਾਨੂੰ ਫੋਨ ਕਰਕੇ ਕਿ ਤੁਸੀਂ ਘਰ ਆਓ, ਕਿੰਨੇ ਵਜੇ ਘਰ ਆਓ, ਤਾਂ ਤੁਹਾਨੂੰ ਉਨੇ ਵਜੇ ਤੁਹਾਡੇ ਹਿੱਸੇ ਦਾ ਬਣਦਾ ਰਾਸ਼ਨ ਮਿਲ ਜੂਗਾ। ਔਰ ਇਹ ਜਿਹੜੀ ਸਕੀਮ ਹੈ ਇਹ ਬਿਲਕੁਲ ਆਪਸ਼ਨਲ ਹੈ, ਯਾਨੀ ਕਿ ਤੁਸੀਂ ਚੁਣ ਸਕਦੇ ਹੋ। ਜੇ ਰਾਸ਼ਨ ਡੀਪੂ ਤੁਹਾਡੇ ਬਿਲਕੁਲ ਨੇੜੇ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਕੋਈ ਸਮੱਸਿਆ ਨਹੀਂ, ਮੈਂ ਰਾਸ਼ਨ ਡੀਪੂ ਤੋਂ ਆਪਣਾ ਜਿਹੜਾ ਹਿੱਸੇ ਦਾ ਰਾਸ਼ਨ ਲੈ ਕੇ ਆ ਸਕਦਾ, ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਅਤੇ ਰਾਸ਼ਨ ਡੀਪੂ 'ਤੇ ਕੋਈ ਤੋਲ, ਕੋਈ ਨਾਪ 'ਚ ਕੋਈ ਕਮੀ ਹੈ, ਉਹਦੇ ਬਾਰੇ ਸਾਨੂੰ ਦੱਸਿਓ। ਸੋ ਇਸ ਸਕੀਮ ਨਾਲ ਤੁਹਾਡਾ ਬਣਦਾ ਹੱਕ ਤੁਹਾਡੇ ਦੇਹਲੀ 'ਤੇ, ਤੁਹਾਡੇ ਡੋਰ 'ਤੇ
ਤੁਹਾਡੇ ਦਰਵਾਜ਼ੇ ਤੇ ਤੁਹਾਨੂੰ ਮਿਲੂਗਾ। ਹਾਂ, ਇਹ ਸਕੀਮ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਨੇ ਲਾਗੂ ਕੀਤੀ ਸੀ, ਪਰ ਬਦਕਿਸਮਤੀ ਨਾਲ ਉੱਥੇ ਇਸ ਸਕੀਮ ਨੂੰ ਰੋਕ ਦਿੱਤਾ ਗਿਆ ਕਿ ਨਹੀਂ ਜੀ, ਤੁਸੀਂ ਇੱਦਾਂ ਨਹੀਂ ਕਰ ਸਕਦੇ, ਲੋਕਾਂ ਨੂੰ ਤਾਂ ਲਾਈਨਾਂ 'ਚ ਹੀ ਲਾਉਣਾ ਚਾਹੀਦਾ। ਸੋ ਪੰਜਾਬ ਦੇ ਵਿੱਚ ਅਸੀਂ ਇਹ ਸਕੀਮ ਜਿਹੜੀ ਹੈ ਉਹ ਲਾਗੂ ਕਰਨ ਲੱਗੇ ਹਾਂ ਔਰ ਕਾਮਯਾਬ ਕਰਕੇ ਵੀ ਦਿਖਾਵਾਂਗੇ, ਕਿਉਂਕਿ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ, ਸਰਕਾਰਾਂ ਨੂੰ ਲੋਕ ਚੁਣਦੇ ਨੇ, ਤਾਂ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਹੋਣੀਆਂ ਚਾਹੀਦੀਆਂ ਨੇ, ਨਾ ਕਿ ਸਰਕਾਰਾਂ ਲੋਕਾਂ ਨੂੰ ਤੰਗ ਕਰਨ, ਪਰੇਸ਼ਾਨ ਕਰਨ ਜਾਂ ਮੁਸ਼ਕਲਾਂ ਉਹਨਾਂ ਵਾਸਤੇ ਖੜੀਆਂ ਕਰਨ ਲਈ। ਅੱਜ ਇਹ ਫੈਸਲਾ ਹੋਇਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸਾਰੀ ਡਿਟੇਲ ਤੁਹਾਨੂੰ ਮਿਲ ਜੂਗੀ ਵਿਸਥਾਰ ਸਹਿਤ ਕਿ ਕਿਵੇਂ ਇਹ ਲਾਗੂ ਹੋਊਗਾ। ਤੁਹਾਨੂੰ ਰਾਸ਼ਨ ਬਿਲਕੁਲ ਸਾਫ਼ ਸੁਥਰੀਆਂ ਬੋਰੀਆਂ 'ਚ, ਔਰ ਕੋਈ ਉਹਦੇ ਵਿੱਚੋਂ ਕਣਕ 'ਚੋਂ ਰੋੜ ਜਾਂ ਮੂੰਗੀ 'ਚੋਂ ਜਾਂ ਕਿਸੇ ਹੋਰ ਰਾਸ਼ਨ ਦੀ ਜੋ ਵੀ ਵਸਤੂ ਹੈ ਉਹਦੇ 'ਚੋਂ ਕੋਈ ਸੁਸਰੀਆਂ ਜਾਂ ਰੋੜ ਚੁਗਣ ਦੀ ਲੋੜ ਨਹੀਂ ਪੈਣੀ। ਖਾਣਯੋਗ ਜੋ ਆਮ ਲੋਕ ਖਾਂਦੇ ਨੇ, ਜੋ ਅਮੀਰ ਲੋਕ ਖਾਂਦੇ ਨੇ, ਬਿਲਕੁਲ ਉਹੋ ਜਿਹੀ ਆਟਾ, ਉਹੋ ਜਿਹੀ ਦਾਲ, ਉਹੋ ਜਿਹੀ ਮੂੰਗੀ ਤੁਹਾਨੂੰ ਮਿਲੂਗੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸਾਰੀ ਡਿਟੇਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਊਗੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਨਕਲਾਬ ਜ਼ਿੰਦਾਬਾਦ। ਬੈਂਕ ਦੇ ਕਰਮਚਾਰੀਆਂ ਵੱਲੋਂ 2 ਦਿਨੀ ਹੜਤਾਲ ਦਾ ਐਲਾਨ ਕੀਤਾ ਗਿਆ ਤੇ ਇਸ ਦਾ ਅਸਰ ਪੂਰੇ ਭਾਰਤ ਦੇ ਵਿੱਚ ਦੇਖਣ ਨੂੰ ਮਿਲਿਆ। ਸੋਮਵਾਰ ਤੇ ਮੰਗਲਵਾਰ 2 ਦਿਨ ਤੱਕ ਬੈਂਕ ਦੇ ਕੰਮ ਨਹੀਂ ਹੋ ਸਕਣਗੇ ਤੇ ਇਸ ਦਾ ਅਸਰ ਜੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਦੇਖਣ ਨੂੰ ਮਿਲਿਆ। जिंदाबाद जिंदाबाद हड़ताल जिंदाबाद हड़ताल जिंदाबाद होश में आओ होश में आओ होश में आओ सरकार होश में आओ होश में आओ होश में आओ मोदी मोदी हाय हाय मोदी मोदी हाय हाय जिंदाबाद जिंदाबाद। ਜਿੱਥੇ ਦੇਸ਼ ਭਰ ਵਿੱਚ ਬੈਂਕ ਕਰਮੀ 2 ਦਿਨਾਂ ਹੜਤਾਲ ਤੇ ਚਲੇ ਗਏ ਹਨ, ਇਸੇ ਨੂੰ ਦੇਖਦੇ ਹੋਏ ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਬੈਂਕਿੰਗ ਸੈਕਟਰ ਸਮੇਤ ਕਈ ਵਿਭਾਗਾਂ ਦੇ ਕੰਮ ਪ੍ਰਭਾਵਿਤ ਹੋ ਰੱਖੇ ਨੇ। ਟ੍ਰੇਡ ਯੂਨੀਅਨ ਵੱਲੋਂ 28 ਅਤੇ 29 ਮਾਰਚ ਨੂੰ 2 ਦਿਨਾਂ ਦੀ ਹੜਤਾਲ ਰੱਖੀ ਹੋਈ ਹੈ। ਦੇਸ਼ ਭਰ ਵਿੱਚ ਸ਼ੁਰੂ ਹੋ ਗਈ ਹੈ। ਭਾਰਤ ਬੰਦ ਦਾ ਅਸਰ ਚੰਡੀਗੜ੍ਹ ਵਿੱਚ ਵੀ ਵਿਆਪਕ ਪੱਧਰ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਕਈ ਜ਼ਰੂਰੀ ਸੇਵਾਵਾਂ ਇਸ ਹੜਤਾਲ ਤੋਂ ਪ੍ਰਭਾਵਿਤ ਹੋਈਆਂ ਹਨ। ਇਸ ਹੜਤਾਲ ਵਿੱਚ ਚੰਡੀਗੜ੍ਹ ਬਿਜਲੀ ਵਿਭਾਗ, ਬੈਂਕਿੰਗ ਸਟਾਫ, LIC, ਇਨਕਮ ਟੈਕਸ ਵਿਭਾਗ ਕਰਮੀ, ਟਰਾਂਸਪੋਰਟੇਸ਼ਨ ਵਿਭਾਗ ਆਦਿ ਨਾਲ ਜੁੜੇ ਕਰਮੀ ਆਦਿ ਵੀ ਸ਼ਾਮਿਲ ਹੋਏ ਹਨ। ਸੈਂਟਰਲ ਟ੍ਰੇਡ ਯੂਨੀਅਨ ਵੱਲੋਂ ਦੇਸ਼ ਭਰ ਵਿੱਚ ਇਸ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਸੈਕਟਰ 17 ਵਿੱਚ ਬੈਂਕ ਸਕੁਆਇਰ ਦੇ ਕੋਲ ਵੱਡੀ ਗਿਣਤੀ ਵਿੱਚ ਬੈਂਕ ਕਰਮੀ ਨਾਅਰੇਬਾਜ਼ੀ ਕਰ ਰਹੇ ਹਨ। आज 2 दिन की आज की हड़ताल बैंकों में रखी गई है। ट्रेड यूनियन में सभी ट्रेड यूनियन इसमें शामिल हो रहे हैं और यह जो स्ट्राइक है मेनली प्राइवेटाइजेशन के खिलाफ, NPS को स्क्रैप करने के खिलाफ, मजदूर विरोधी नीतियों को ख़त्म करने के लिए और जो हेयर कट जो औने पौने दान में बेचकर बैंकों का 80% 90% को लॉस सही जा रही है, इसके खिलाफ में ये मजदूर विरोधी नीतियों के खिलाफ में अमेंडमेंट जो मजदूर विरोधी लाए जा रहे हैं उसके विरोध में यह स्ट्राइक। कौन से संगठन इसमें शामिल है? एटैक, CTU सारे आज की हड़ताल जो सारे अदारे जिन्नियां भी ट्रेड यूनियन हैगियां सारी ट्रेड यूनियन ने आउटसोर्सिंग प्राइवेटाइजेशन के अगेंस्ट, लेबर लॉ के अगेंस्ट स्ट्राइक की गई है। नुकसान तो पता नहीं क्या कह सकते हैं, पर लेकिन जो इसका असर जो सरकार पे पड़ेगा, जिसके लिए उनको इसलिए दोबारा सोचना पड़ेगा। जो लेबर लॉ या आउटसोर्सिंग या प्राइवेटाइजेशन बारे सोच रहे हैं उसके लिए उनको विचार करना पड़ेगा। ਅੱਜ ਦੀ ਜਿਹੜੀ ਸਟ੍ਰਾਈਕ ਹੈ ਅਸੀਂ 50 ਦਿਨ ਦੀ 50 ਵਾਰ ਸਟ੍ਰਾਈਕ ਕੀਤੀ ਹੈ ਇਹ ਬਣਨ ਤੋਂ ਬਾਅਦ ਕਿ ਦੇਸ਼ ਦੀ ਇਕਨੋਮੀ ਲਈ, ਦੇਸ਼ ਨੂੰ ਸੁਧਾਰ ਕਰਨ ਲਈ, ਦੇਸ਼ ਦੇ ਵਿੱਚ ਵਰਕਿੰਗ ਕਲਾਸ ਦੀ ਇੰਪਰੂਵਮੈਂਟ ਲਈ। ਲੇਕਿਨ ਸਾਥੀਓ, ਸਰਕਾਰ ਜਿਹੜੇ ਅਦਾਰੇ ਲਾਸ 'ਚ ਆ ਉਹਨਾਂ ਨੂੰ ਵੀ ਬੰਦ ਕਰਨਾ, ਜਿਹੜੇ ਅਦਾਰੇ ਪ੍ਰੋਫਿਟ 'ਚ ਆ ਉਹਨਾਂ ਨੂੰ ਔਣੇ ਪੌਣੇ ਦਾਮ ਤੇ ਵੱਡੇ ਸਰਮਾਏਦਾਰਾਂ ਨੂੰ ਵੇਚ ਦੇਣਾ। ਬੈਂਕਾਂ ਦੀ ਵੀ ਇਹੀ ਹਾਲਤ ਹੋ ਰਹੀ ਹੈ। ਜਿਹੜੇ ਤੇ ਬੈਂਕ ਹੈ, ਬੈਂਕ ਹਮੇਸ਼ਾ ਆਪਰੇਟਿਵ ਪ੍ਰੋਫਿਟ 'ਚ ਆ। ਜਿਹੜਾ ਬੈਂਕ ਦਾ ਆਪਰੇਟਿਵ ਪ੍ਰੋਫਿਟ ਸਾਰੇ ਬੈਂਕਾਂ ਦਾ ਸਾਰੇ ਸਾਲਾਂ 'ਚ ਰਿਹਾ, ਲੇਕਿਨ ਲਾਸ ਕਿਉਂ ਹੋਇਆ ਕਿ ਜਿਹੜੇ NPA ਅਕਾਊਂਟ ਹੋਏ ਸੀ ਉਹਨਾਂ ਦੇ ਵੱਡੇ ਖਾਤੇ ਪਾਉਣ 'ਤੇ ਲਾਸ ਹੋਇਆ। ਲੇਕਿਨ ਹੁਣ ਉਹਨਾਂ ਨੂੰ ਵੀ ਇੱਕ ਨਵਾਂ ਸਕੀਮ ਲੱਭ ਲਈ, ਬੈਂਕ 'ਚੋਂ ਲਾਸ ਸ਼ੋ ਕਰੋ, ਬੈਂਕ ਦੇ ਵਿੱਚ ਲਾਸ ਭਰੋ ਔਰ ਉਹਨਾਂ ਨੂੰ ਵੱਡੇ ਸਰਮਾਏਦਾਰਾਂ ਨੂੰ, ਕੰਪਨੀ ਨੂੰ 10 ਪੈਸੇ 20 ਪੈਸੇ 50 ਪੈਸੇ ਦੇ ਦਿਓ। ਹੜਤਾਲ ਦੇ ਦੌਰਾਨ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਉਹਨਾਂ ਵਿਭਾਗਾਂ ਦਾ ਵੀ ਨਿੱਜੀਕਰਨ ਕਰ ਰਹੀ ਹੈ ਜੋ ਮੁਨਾਫੇ ਵਿੱਚ ਹਨ।
ਉੱਥੇ ਹੀ ਜੋ ਵਿਭਾਗ ਨੁਕਸਾਨ ਵਿੱਚ ਹਨ ਉਹਨਾਂ ਦਾ ਵੀ ਨਿੱਜੀਕਰਨ ਹੋ ਰਿਹਾ ਹੈ। ਇਸੇ ਤਰ੍ਹਾਂ ਬੈਂਕਾਂ ਦਾ ਵੀ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਦੇ ਲਈ ਬੈਂਕਾਂ ਨੂੰ ਨੁਕਸਾਨ ਵਿੱਚ ਦਿਖਾਇਆ ਜਾ ਰਿਹਾ ਹੈ। ਦੱਸ ਦਿੰਦੇ ਹਾਂ ਕਿ ਬੀਜੇਪੀ ਵੱਲੋਂ 5 ਵਿੱਚੋਂ 4 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਇਹ ਪਹਿਲੀ ਵੱਡੀ ਹੜਤਾਲ ਹੈ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਭਗਵਤ ਸਿੰਘ ਦੀ ਰਿਪੋਰਟ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੈਸ ਦੇ ਖਾਣੇ ਦੇ ਰੇਟ ਵਧਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਦੇ ਬਾਹਰ ਜਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਤੇ ਮੰਗ ਰੱਖੀ ਕਿ ਖਾਣੇ ਦੇ ਰੇਟ ਘੱਟ ਕੀਤੇ ਜਾਣ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੈਸ ਦੇ ਖਾਣੇ ਦੇ ਰੇਟ ਵਧਣ ਦੇ ਨਾਲ ਵਿਦਿਆਰਥੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਹੀ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਵੱਲੋਂ ਇੱਥੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਮੈਸ ਦੇ ਖਾਣੇ ਦੇ ਰੇਟ ਘੱਟ ਕੀਤੇ ਜਾਣ। ਸਟੂਡੈਂਟ ਯੂਨੀਅਨ ਵੱਲੋਂ ਵੀਸੀ ਦਫ਼ਤਰ ਦੇ ਬਾਹਰ ਸੋਮਵਾਰ ਨੂੰ ਨਾਅਰੇਬਾਜ਼ੀ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਹਰ ਸਾਲ ਫੀਸ ਦੇ ਵਿੱਚ ਵਾਧਾ ਹੁੰਦਾ ਹੈ ਤੇ ਨਵੇਂ ਜੁਰਮਾਨੇ ਲਗਾਏ ਜਾਂਦੇ ਨੇ ਤੇ ਅਜਿਹੇ ਵਿੱਚ ਵਿਦਿਆਰਥੀਆਂ ਦੇ ਖਾਣੇ ਦੇ ਰੇਟ ਤੱਕ ਵਧਾ ਦਿੱਤੇ ਗਏ ਨੇ ਤੇ ਯੂਨੀਵਰਸਿਟੀ ਦੇ ਕੋਰਸ ਹੋਸਟਲ ਦੇ ਵਿੱਚ ਖਾਣਾ ਪੀਣਾ ਤੇ ਰਹਿਣਾ ਸਭ ਦਾ ਰੇਟ ਵੱਧ ਗਿਆ ਹੈ ਤੇ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਹੀ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਇੱਕ ਪ੍ਰੋਟੈਸਟ ਰੱਖਿਆ ਗਿਆ ਹੈ ਵੀ ਯੂਨੀਵਰਸਿਟੀ ਦੇ ਵਿੱਚ ਪਿਛਲੇ 2 ਮਹੀਨੇ 3 ਮਹੀਨੇ ਪਹਿਲਾਂ ਇਹਨਾਂ ਨੇ ਜਿਹੜੀਆਂ ਮੈਸ ਕੰਟੀਨ ਦੇ ਰੇਟ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਗਿਆ। ਮਤਲਬ ਜਿਹੜੀ 35 ਰੁਪਏ ਡਾਈਟ ਹੁੰਦੀ ਸੀ ਉਹਨੂੰ ਅੱਜ 43 ਰੁਪਏ 48 ਰੁਪਏ ਕਰ ਦਿੱਤਾ ਗਿਆ, ਜਿਹਦੇ ਕਰਕੇ ਹਰ ਰੋਜ਼ ਵਿਦਿਆਰਥੀਆਂ ਨੂੰ 20-25 ਰੁਪਏ ਜਿਹੜੇ ਆਪਣੀਆਂ ਜੇਬਾਂ 'ਚੋਂ ਐਕਸਟਰਾ ਦੇਣੇ ਪੈ ਰਹੇ ਆ। ਉਦੋਂ ਇਹ ਬਹਾਨਾ ਲਾਇਆ ਗਿਆ ਸੀ ਵੀ ਵਿਦਿਆਰਥੀ ਘੱਟ ਨੇ ਹੋਸਟਲਾਂ ਦੇ ਵਿੱਚ, ਇਸ ਕਰਕੇ ਅਸੀਂ ਕਰ ਨਹੀਂ ਸਕਦੇ ਹੈਗੇ। ਮਤਲਬ ਇਸ ਕਰਕੇ ਆ ਜਿਹੜਾ ਵਾਧਾ ਵਾ ਇਹ ਕਰਨਾ ਪੈ ਰਿਹਾ, ਸਾਡੇ ਘਾਟੇ ਪੈ ਰਹੇ ਨੇ ਕੰਟਰੈਕਟਰਾਂ ਨੂੰ। ਅੱਜ ਵਿਦਿਆਰਥੀ ਸਾਰਾ ਪੂਰਾ ਆ ਚੁੱਕਿਆ ਯੂਨੀਵਰਸਿਟੀਆਂ ਦੇ ਵਿੱਚ। ਜੇ ਪਟਿਆਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹਦੀ ਪਹਿਲਾਂ 20 ਰੁਪਏ ਡਾਈਟ 25 ਰੁਪਏ ਅੱਜ ਦੇ ਸਮੇਂ ਦੇ ਵਿੱਚ ਡਾਈਟ ਹੈ, ਜੇ ਉਹ ਦੇ ਸਕਦੇ ਨੇ ਉੱਥੋਂ ਦੇ ਕੰਟਰੈਕਟਰ ਆਪਦਾ ਮੁਨਾਫਾ ਕੱਢ ਸਕਦੇ ਨੇ 19 ਰੁਪਏ ਡਾਈਟ ਦੇ ਕੇ, ਸਾਡੀ ਯੂਨੀਵਰਸਿਟੀ ਵਾਲਿਆਂ ਨੂੰ ਇੱਥੇ ਕੀ ਸਮੱਸਿਆ? ਇਹ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਅਥਾਰਟੀ ਹੈ ਇਹ ਤੁਸੀਂ ਦੇਖੋ ਇਕੱਲਾ ਖਾਣੇ ਦੇ ਨਾਲ ਨਹੀਂ, ਫੀਸਾਂ ਹਰ ਸਾਲ ਵਧਾਉਂਦੇ ਆ ਹੈ ਤੇ ਨਵੇਂ ਜੁਰਮਾਨੇ ਲਾਏ ਜਾਂਦੇ ਆ। ਹਰ ਚੀਜ਼ ਇਸ ਤਰ੍ਹਾਂ ਹੁੰਦੀ ਹੈ ਤੇ ਮੈਸਾਂ ਦੇ ਵੀ ਰੇਟ ਇਸੇ ਤਰ੍ਹਾਂ ਵਧਾਏ ਗਏ ਆ। ਤਾਂ ਕੁੱਲ ਮਿਲਾ ਕੇ ਚਾਹੇ ਖਾਣਾ ਪੀਣਾ ਯੂਨੀਵਰਸਿਟੀ ਹੈ, ਚਾਹੇ ਹੋਸਟਲ ਨੇ, ਚਾਹੇ ਇੱਥੋਂ ਦੇ ਕੋਰਸ ਆ, ਫੀਸਾਂ, ਹਰ ਚੀਜ਼ ਨੂੰ ਇੱਕ ਮੁਨਾਫੇ ਦਾ ਧੰਦਾ ਬਣਾਉਣਾ ਚਾਹੁੰਦੇ ਨੇ ਇਹ ਤੇ ਵਿਦਿਆਰਥੀਆਂ ਦੀ ਲੁੱਟ ਕਰਨਾ ਚਾਹੁੰਦੇ ਆ। ਇਸ ਕਰਕੇ ਜਦੋਂ ਅਸੀਂ ਇਹ ਮੰਨਦੇ ਆ ਕਿ ਹੋਰ ਯੂਨੀਵਰਸਿਟੀਆਂ ਤੁਸੀਂ ਦੇਖੋ ਪੰਜਾਬ 'ਚ ਪਟਿਆਲਾ ਯੂਨੀਵਰਸਿਟੀ ਆ ਉਹ 25 ਰੁਪਏ 'ਚ ਖਾਣਾ ਦੇ ਸਕਦੇ ਆ, ਤਾਂ ਫਿਰ ਸਾਡੇ 45 ਰੁਪਏ ਕਿਉਂ? ਇਹ 20 ਰੁਪਏ ਕਿੱਧਰ ਜਾਂਦੇ ਨੇ? ਇਹ ਠੇਕੇਦਾਰਾਂ ਦੀ ਜੇਬਾਂ 'ਚ ਜਾਂਦੇ ਆ ਜਿਹੜੇ ਗਾਂ ਇਹਨਾਂ ਨੂੰ ਹਿੱਸਾ ਪੱਤੀ ਦਿੰਦੇ ਆ ਸਾਡੀ ਅਥਾਰਟੀਆਂ ਨੂੰ। ਇਸ ਕਰਕੇ ਅਸੀਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਇਕਜੁੱਟ ਹੋਏ ਆ ਕਿ ਇਹ ਮੈਸਾਂ ਦਾ ਜਿਹੜਾ ਵਾਧਾ ਵਾਪਸ ਕਰੇ। ਵਿਦਿਆਰਥੀਆਂ ਦੀ ਮੰਗ ਹੈ ਕਿ ਫੀਸਾਂ ਦੇ ਵਿੱਚ ਵਾਧਾ ਨਾ ਕੀਤਾ ਜਾਵੇ ਤੇ ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਉਹਨਾਂ ਵੱਲੋਂ ਸੰਘਰਸ਼ ਦਾ ਰਸਤਾ ਚੁਣਿਆ ਜਾਵੇਗਾ। ਤੇ ਜਾਣਕਾਰੀ ਦੇ ਮੁਤਾਬਿਕ ਬੀਤੇ 2-3 ਮਹੀਨਿਆਂ ਤੋਂ ਪਹਿਲਾਂ ਮੈਸ ਦੇ ਰੇਟ ਵਧਾਏ ਗਏ ਸੀ ਤੇ ਵਿਦਿਆਰਥੀਆਂ ਦੇ ਮੁਤਾਬਿਕ 35 ਰੁਪਏ ਦੀ ਡਾਈਟ ਨੂੰ ਹੁਣ 43 ਤੋਂ 48 ਰੁਪਏ ਤੱਕ ਕਰ ਦਿੱਤਾ ਗਿਆ ਹੈ, ਜਿਸ ਦੇ ਕਾਰਨ ਵਿਦਿਆਰਥੀਆਂ ਨੂੰ ਕਾਫੀ ਦਿੱਕਤ ਆ ਰਹੀਆਂ ਨੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਦੇ ਸੈਕਟਰ 17 ਦੇ ਪਰੇਡ ਗਰਾਊਂਡ ਦੇ ਵਿੱਚ ਹੁਨਰ ਹਟ ਲੱਗਿਆ ਹੋਇਆ ਹੈ। ਇਸ ਨੂੰ ਦੇਖਣ ਦੇ ਲਈ ਲੋਕ ਦੂਰੋਂ ਪਹੁੰਚ ਰਹੇ ਨੇ ਇੱਥੇ, ਕਿਉਂਕਿ ਨਾ ਸਿਰਫ ਹੁਨਰ ਦੇਖਣ ਨੂੰ ਮਿਲ ਰਿਹਾ ਬਲਕਿ ਰੰਗਾਰੰਗ ਪ੍ਰੋਗਰਾਮ ਵੀ ਹੋ ਰਹੇ ਨੇ, ਜਿਸ ਦਾ ਆਨੰਦ ਮਾਣਨ ਦੇ ਲਈ ਲੋਕ ਇੱਥੇ ਪਹੁੰਚ ਰਹੇ ਨੇ। ਚੰਡੀਗੜ੍ਹ ਦੇ ਸੈਕਟਰ 17 ਦੇ ਪਰੇਡ ਗਰਾਊਂਡ ਵਿੱਚ ਲੱਗੇ ਹੁਨਰ ਹਟ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਨੇ। ਲੋਕਾਂ ਨੇ ਖਰੀਦਦਾਰੀ ਵੀ ਕੀਤੀ ਅਤੇ ਲਜ਼ੀਜ਼ ਵਿਅੰਜਨਾਂ ਦਾ ਆਨੰਦ ਵੀ ਲਿਆ ਜਾ ਰਿਹਾ ਹੈ। ਹੁਨਰ ਹਟ 3 ਅਪ੍ਰੈਲ ਤੱਕ ਚੱਲੇਗਾ। ਇਸ ਵਿੱਚ 31 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ 800 ਕਾਰੀਗਰਾਂ ਦੇ 360 ਸਟਾਲ ਲੱਗੇ ਹਨ। ਇੱਥੇ 60 ਸਟਾਲ ਪਰੰਪਰਾ ਪਕਵਾਨਾਂ ਦੇ ਹਨ ਅਤੇ ਲੋਕਾਂ ਨੇ ਤਰ੍ਹਾਂ ਦੇ ਇੱਥੇ ਪਕਵਾਨ ਵੀ ਖਾਧੇ ਅਤੇ ਉਹਨਾਂ ਦਾ ਆਨੰਦ ਵੀ ਮਾਣਿਆ। ਹੁਨਰ ਹਟ ਵਿੱਚ ਪੱਥਰ ਦੇ ਸਿੰਗਲ ਪੀਸ ਨਾਲ ਬਣੀ ਸ਼ਾਨਦਾਰ ਸਟੈਚੂ ਤੋਂ ਲੈ ਕੇ ਛੋਟੀਆਂ ਚੀਜ਼ਾਂ ਦਾ ਸਮਾਨ ਵੀ ਉਪਲਬਧ ਹੈ। ਕੱਪੜਿਆਂ ਦੇ ਮਾਮਲੇ ਵਿੱਚ ਇੱਥੇ ਸਿਲਕ, ਕਾਟਨ, ਖਾਦੀ, ਬਨਾਰਸੀ, ਭਾਗਲਪੁਰੀ, ਸਾੜੀਆਂ, ਮਧੂਬਨੀ ਅਤੇ ਫੁਲਕਾਰੀ, 8 ਵਾਲੇ ਕੱਪੜੇ,
ਅਤੇ ਕਸ਼ਮੀਰੀ ਸ਼ਾਲ ਦੀ ਇੱਕ ਬਹੁਤ ਵੱਡੀ ਸ਼੍ਰੰਖਲਾ ਮੌਜੂਦ ਹੈ। ਇੱਥੇ ਵੀ ਲੋਕਾਂ ਨੇ ਜੰਮ ਕੇ ਖਰੀਦਦਾਰੀ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਇੱਕ ਹੀ ਥਾਂ ਉੱਤੇ ਭਾਰਤ ਦੀ ਵੱਖ-ਵੱਖ ਸੰਸਕ੍ਰਿਤੀ ਦੇਖਣ ਦਾ ਪਹਿਲਾ ਮੌਕਾ ਹੈ। ਸਾਡੇ ਦੇਸ਼ ਵਿੱਚ ਹੱਥ ਦੇ ਕਾਰੀਗਰ ਇੱਥੇ ਵਧੀਆ ਸਮਾਨ ਤਿਆਰ ਕਰ ਸਕਦੇ ਹਨ ਜੋ ਮਸ਼ੀਨੀ ਸਮਾਨਾਂ ਨੂੰ ਵੀ ਮਾਤ ਦਿੰਦੇ ਹਨ। बहुत अच्छा लग रहा है जो हुनर हाट का ये इन्होंने प्रोग्राम किया है। मैं कहता हूँ कि और भी सिटीज़ में ऐसा होना चाहिए ताकि बच्चों को हमारी और भी अच्छी नॉलेज हो और बच्चों को पता लगे कि आज़ादी के टाइम क्या हुआ था। हार्ट कल्चर के साथ आप देख रहे हो कि कितना अच्छा बना हुआ है सारा, और बच्चों को इससे बहुत नॉलेज होती है। तो बच्चे बहुत इंजॉय कर रहे हैं, बहुत ऐश कर रहे हैं और बहुत मज़े में हैं। यहाँ पर आकर हमें बहुत अच्छा लगा। यहाँ पे हमने अलग अलग संस्कृति से आई एग्जीबिशन जो लगी है उसको देखा, और यहाँ पे बच्चों को भी हमने बताया कि हमारी जो हमारे देश में जो अलग अलग संस्कृति है उनके बारे में बच्चों को बताया। यहाँ की खान पीन, उनका जो अलग अलग संस्कृति का खाना पीना है बच्चों को टेस्ट करवाया। उनको बहुत अच्छा लगा, हमें भी बहुत मज़ा आ रहा है, इंजॉय कर रहे हैं हम सभी। बस बहुत बढ़िया लग रहा है। एक अच्छा इनिशिएटिव है गवर्नमेंट ऑफ इंडिया के थ्रू कि वो अलग अलग स्टेट से डिफरेंट कल्चर्स को रिप्रेजेंट कर रहे हैं यहाँ पे। इट्स अ गुड एक्सपीरियंस। आपको रोजगार भी मिल रहा है। हाँ, डेफिनेटली। अब कोविड के बाद से तो सब कुछ बंद था, तो कोविड के बाद से जैसे ही स्टार्ट हुआ है आना सब कुछ, तो इट इज़ अ नाइस थिंग कि अब लोगों को जॉब्स भी मिलनी शुरू होंगी, सब कुछ अपलिफ्ट होगा, तो इंडिया भी अपलिफ्ट होगा इन द एंड। बहुत अच्छी गल है। जिन्ने भी कारीगर ने हुनर हाट ਦੇ ਵਿੱਚ ਆਏ ਨੇ अपना अपना हुनर दिखा रहे ਨੇ ਤੇ ਬਹੁਤ ਅੱਛੀ ਗੱਲ ਹੈ ਕਿਉਂਕਿ ਇਹਨਾਂ ਦਾ जो हुनर है ਸਾਡੇ देश दूसरे स्टेटों ਦੇ ਵਿੱਚ और इंटरनेशनल लेवल ਤੇ भी जाएगा। मुझे बहुत अच्छा लगा यहाँ पे आते हुए, बिकॉज यहाँ पे हमने डिफरेंट कल्चर्स देखने को मिला हुआ है और इनका कितनी मेहनत से इन्होंने बनाया हुआ है, और डिफरेंट चीज़ें होती है कि बहुत बेसिक चीज़ें इससे पहले हमें ऐसे लगता था कि बहुत नॉर्मल चीज़ें होती है, बट यहाँ पे आके देखिए बहुत ज़्यादा डिफरेंट होती है। काफ़ी अच्छा है। यहाँ पे सब कुछ ही हर स्टेट की अपनी पर्सनालिटी निखर के आ रही है। सबको सब पता चल रहा है कहाँ का क्या फेमस है और क्या पॉपुलैरिटी है। इतनी बढ़िया कल्चर, हम अपने काम में ऐसे व्यस्त रहते हैं कि हम अपने देश के हार्ट को नहीं देख सकते। हमें आके यहाँ पर पता लगा कि हमारे देश के अंदर इतना हुनर है, इतना आर्ट है, जो हमें यहाँ आके पता चला है। और मोदी साहब जी को भी बहुत बहुत धन्यवाद जी है, ऐसे हुनर का, आर्ट का उन्होंने यहाँ पे आयोजन किया है। ਉੱਥੇ ਦੂਜੇ ਪਾਸੇ ਕਾਰੀਗਰਾਂ ਨਾਲ ਵੀ ਗੱਲਬਾਤ ਕੀਤੀ ਗਈ ਜੋ ਆਪਣੇ ਸਟਾਲ ਲਗਾ ਕੇ ਸਮਾਨ ਵੇਚ ਰਹੇ ਸੀ। ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਨੂੰ ਹਰ ਥਾਂ ਉੱਤੇ ਬੁਲਾਇਆ ਜਾਂਦਾ ਹੈ ਤੇ ਸਟਾਲ ਲਗਾਉਣ ਦਾ ਕੋਈ ਪੈਸਾ ਵੀ ਨਹੀਂ ਲਿਆ ਜਾਂਦਾ। ਅਸੀਂ ਆਪਣੇ ਆਪ ਆਪਣਾ ਮਾਲ ਤਿਆਰ ਕੀਤਾ ਹੋਇਆ ਹੈ ਤੇ ਇੱਥੇ ਭੇਜ ਸਕਦੇ ਹਾਂ, ਜਿਸ ਦੇ ਨਾਲ ਸਾਨੂੰ ਫਾਇਦਾ ਹੁੰਦਾ ਹੈ। होम फ्लोरिंग की है। ये कैसे बनाते हो? ये हाथ से बना हुआ है, कुछ हैंडलूम का है, मिक्स है सब। तो ये हाथ से बने हुए खराब नहीं होते? नहीं, ये फुल वॉशेबल होते हैं, ख़राब नहीं होता। आराम से 10 साल 20 साल यूज करिए। असम से आई हूँ। क्या नाम है आपका? मेरा नाम स्मृता देवरी पाल है। कैमरे की तरफ। ये क्या खास एग्जीबिशन में लेके आई हैं? ओके सर, ये हमारा असम का ट्रेडिशनल ड्रेस है जो आपका कंप्लीट हैंडमेड है सर। आसाम से नलबारी। हाँ, हमें इतना सामान बना के रखा था, इतना मौका, ऐसे मौका नहीं मिला था। अभी हुनर हाट ने हम लोग को मौका दिया है। थैंक यू मोदी जी के लिए। ਦੂਜੇ ਪਾਸੇ ਇੱਥੇ ਸੰਗੀਤ ਦਾ ਵੀ ਰੰਗਾਰੰਗ ਧਮਾਕੇਦਾਰ ਪ੍ਰੋਗਰਾਮ ਚੱਲਦਾ ਰਿਹਾ। ਇੱਥੇ ਵੀ ਲੋਕਾਂ ਨੇ ਖੂਬ ਮਸਤੀ ਅਤੇ ਖੂਬ ਡਾਂਸ ਕੀਤਾ। ਹੁਨਰ ਹੱਟ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਜਸਵੀਰ ਜੱਸੀ ਦੀ ਧਮਾਕੇਦਾਰ ਐਂਟਰੀ ਰਹੀ। ਜੱਸੀ ਨੇ ਵੀ ਆਪਣੀ ਗਾਇਕੀ ਨਾਲ ਧੂਮ ਮਚਾ ਦਿੱਤੀ। ਇਸ ਤੋਂ ਪਹਿਲਾਂ ਇੱਥੇ ਪੁਰਾਣੇ ਗਾਣਿਆਂ ਦੀ ਫਰਮਾਇਸ਼ ਲੋਕਾਂ ਵੱਲੋਂ ਸੁਣਾਈ ਗਈ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਸਫਾਈ ਦੇ ਮਾਮਲੇ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਚੰਡੀਗੜ੍ਹ ਸਭ ਤੋਂ ਉੱਪਰ ਹੋਇਆ ਕਰਦਾ ਸੀ, ਪਰ ਅੱਜ ਇਸ ਦਾ ਰੈਂਕ ਕਾਫੀ ਹੇਠਾਂ ਡਿੱਗਦਾ ਜਾ ਰਿਹਾ ਤੇ ਜੇ ਗੱਲ ਵੱਖ-ਵੱਖ ਸੈਕਟਰਾਂ ਦੀ ਕੀਤੀ ਜਾਵੇ ਤਾਂ ਉੱਥੇ ਵੀ ਗੰਦਗੀ ਅੱਜਕੱਲ ਆਮ ਹੀ ਦੇਖਣ ਨੂੰ ਮਿਲ ਰਹੀ ਹੈ। ਪੇਸ਼ ਹੈ ਇਸੇ ਦੀ ਰਿਪੋਰਟ। ਚੰਡੀਗੜ੍ਹ ਸ਼ਹਿਰ ਜੋ ਵਿਦੇਸ਼ਾਂ ਵਿੱਚ ਵੀ ਸਫਾਈ ਦੇ ਮਾਮਲੇ ਵਿੱਚ ਪ੍ਰਸਿੱਧ ਸੀ ਅਤੇ ਹਰਿਆਲੀ ਦੇ ਮਾਮਲੇ ਵਿੱਚ ਵੀ
ਪਰ ਅੱਜ ਚੰਡੀਗੜ੍ਹ ਸ਼ਹਿਰ ਨੂੰ ਕਿਸੇ ਦੀ ਨਜ਼ਰ ਨਹੀਂ ਲੱਗ ਗਈ। ਦਰਅਸਲ ਸ਼ਹਿਰ ਦੇ ਸੈਕਟਰ 22 ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਵੀ ਲੋਕ ਘੁੰਮਣ ਆਉਂਦੇ ਸੀ ਉਹ ਸੈਕਟਰ 22 ਵਿੱਚ ਸ਼ਾਪਿੰਗ ਕਰਨ ਲਈ ਜ਼ਰੂਰ ਆਉਂਦੇ ਸੀ, ਪਰ ਹੁਣ ਚਾਰੇ ਪਾਸੇ ਗੰਦਗੀ ਦੇਖ ਕੇ ਕੋਈ ਇੱਥੇ ਨਹੀਂ ਆਉਂਦਾ। ਸੈਕਟਰ 22 ਜੋ ਚੰਡੀਗੜ੍ਹ ਦੀ ਜਾਨ ਅਤੇ ਸ਼ਾਨ ਕਿਹਾ ਜਾਂਦਾ ਸੀ, ਅੱਜ ਇਸ ਸੈਕਟਰ ਵਿੱਚ ਹਰ ਥਾਂ ਕੂੜਾ ਹੀ ਕੂੜਾ ਦਿਖਾਈ ਦੇ ਰਿਹਾ ਹੈ। ਸੈਕਟਰ 22 ਹੈਲਥ ਸੈਂਟਰ ਦੇ ਸਾਹਮਣੇ ਕੂੜੇ ਦਾ ਢੇਰ ਲੱਗਿਆ ਹੋਇਆ ਹੈ ਤੇ ਗੁਰਦੁਆਰਾ ਸਾਹਿਬ ਜੋ ਕਾਫੀ ਪ੍ਰਸਿੱਧ ਹੈ ਉੱਥੇ ਵੀ ਕੂੜੇ ਦਾ ਅੰਬਾਰ ਹੈ। ਇੱਕ ਤਾਂ ਪਤਝੜ ਦਾ ਮੌਸਮ ਹੈ, ਪਤਝੜ ਦੇ ਮੌਸਮ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਪੱਤੇ ਤੱਕ ਨਹੀਂ ਚੁੱਕੇ ਜਾ ਰਹੇ। ਕੂੜੇ ਦਾ ਆਲਮ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਆਖਿਰ ਪਹਿਲਾਂ ਪੱਤਿਆਂ ਨੂੰ ਠਿਕਾਣੇ ਲਾਈਏ ਜਾਂ ਕੂੜੇ ਨੂੰ। ਲੋਕਾਂ ਦਾ ਹੁਣ ਇਹ ਕਹਿਣਾ ਹੈ ਕਿ ਜੋ ਚੰਡੀਗੜ੍ਹ ਸਫਾਈ ਦੇ ਮਾਮਲੇ ਵਿੱਚ ਕਦੇ ਅਵਲ ਰਿਹਾ ਕਰਦਾ ਸੀ, ਹੁਣ ਉਹ 66ਵੇਂ ਨੰਬਰ ਤੇ ਆਇਆ ਹੋਇਆ ਹੈ। नहीं सर, यहाँ कई दिन में आते हैं। पहले तो आ जाते थे, लेकिन अब एक तो पतझड़ लगा हुआ है थोड़ा, और वो जाने की ज़रूरत है। सफाई वाले भी कम आते हैं यहाँ पे ना, इसलिए ढेर लगे हुए हैं। दिक्कत ही है सर, स्मेल भी रहती है। अगर बीच में कहीं पानी वानी आ जाता है तो फिर उससे स्मेल भी रहती है। हाँ, होना चाहिए कम से कम। चंडीगढ़ में तो स्मार्ट सिटी बोलते हैं, चंडीगढ़ को तो कम से कम यहाँ तो अच्छा होना चाहिए। और 22 सेक्टर तो शहर की जान है, तो यहाँ तो कम से कम सफाई होनी चाहिए। इस पे यही है कि ये कूड़ा उठाने नहीं आते, झाड़ू नहीं लगाते, गली सड़कों पे इतना गंद है, क्वार्टरों मकान कोठियों के आगे इतना गंद है। ये देखो कूड़े का ढेर लगा हुआ है, ये देखो ये कितना ढेर लगा हुआ है, जगह जगह ढेर लगे हुए हैं। लोग ऐसे ही फेंक देते हैं, ये उठाते नहीं। ग्राउंड देखो कितना गंदा है, पत्तों से भरा पड़ा। बताओ सैर कहाँ करें? अगर नहीं करेंगे सफाई तो फिर तो 100 नंबर पे आएगा ही। जिथे लोग बुजुर्ग ਅਤੇ ਬੱਚੇ ਘੁੰਮਣ ਆਉਂਦੇ ਸੀ ਪਰੇਸ਼ਾਨ ਹਨ, ਇੱਥੇ ਕੌਂਸਲਰ ਜਿੱਤਣ ਤੋਂ ਬਾਅਦ ਆਪਣੀ ਸ਼ਕਲ ਦਿਖਾਉਣਾ ਵੀ ਭੁੱਲ ਜਾਂਦੇ ਨੇ। ਕੰਮ ਕੀ ਕਰਵਾਉਣਾ ਹੈ? ਸੈਕਟਰ ਨੂੰ ਸਾਫ਼ ਸਫਾਈ ਵਿੱਚ ਅਵਲ ਰੱਖਾਂਗੇ। ਅਵਲ ਤੱਕ ਕੀ ਰੱਖਣਾ ਸੀ, ਸਫਾਈ ਹੀ ਠੀਕ ਢੰਗ ਨਾਲ ਨਹੀਂ ਕੀਤੀ ਜਾ ਰਹੀ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ। रुख मौसम का कर लेने क्योंकि पारा लगातार उपर हुंदा जा रहा है, यानी कि गर्मी लोगों को परेशान कर रही है। अत दी गर्मी दे नाल पसीने छुट रहे हैं। जे तापमान की गल की जाए तो अज वाद तापमान 32.4 डिग्री सैल्सियस ते घट्टो घट्ट तापमान 18.4 डिग्री सैल्सियस दर्ज किया गया। ताज़ा इस बुलेटिन दे विच पास से नहीं, फिर होगी मुलाकात। सत श्री अकाल।